ਤਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਕੀਤਾ ਜਾਂਦਾ ਜੀ ਐਮਏ ਐਗਜ਼ਾਮ ਸਟੱਡੀ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ। ਤਾਂ ਹਾਂਜੀ ਦੋਸਤੋ, 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਰਥ ਸ਼ਾਸਤਰ ਦਾ ਸੈਂਪਲ ਪੇਪਰ ਵਿਦ ਸੋਲਿਊਸ਼ਨ ਲੈ ਕੇ ਆ ਚੁੱਕੇ ਹਾਂ। ਪੂਰਾ ਸੋਲਿਊਸ਼ਨ ਅੱਗੇ ਵੀਡੀਓ ਵਿੱਚ ਦੱਸਾਂਗੇ, ਇਸ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ। ਪਹਿਲਾ ਪ੍ਰਸ਼ਨ ਹੈਗਾ, ਸਮੂਹਿਕ ਅਰਥ ਸ਼ਾਸਤਰ ਅਧਿਐਨ ਕਰਦਾ ਹੈ। ਇਸ ਦਾ ਆਨਸਰ ਹੈਗਾ ਆਪਸ਼ਨ ਨੰਬਰ 3 ਸੰਪੂਰਨ ਅਰਥ ਵਿਵਸਥਾ ਦਾ। ਦੂਜਾ ਪ੍ਰਸ਼ਨ ਨਿਵੇਸ਼ ਦਾ ਅਰਥ ਹੈ। ਇਸ ਦਾ ਹੈਗਾ ਆਪਸ਼ਨ ਨੰਬਰ 2 ਆਨਸਰ ਉਤਪਾਦਨ ਕਿਰਿਆ ਵਿੱਚ ਪੂੰਜੀ ਲਗਾਉਣਾ। ਤੀਜਾ ਪ੍ਰਸ਼ਨ ਵਸਤੂਆਂ ਅਤੇ ਸੇਵਾਵਾਂ ਦੇ ਪ੍ਰਵਾਹ ਨੂੰ ਕਿਹਾ ਜਾਂਦਾ ਹੈ। ਇਸ ਦਾ ਆਨਸਰ ਹੈ ਆਪਸ਼ਨ ਨੰਬਰ 1 ਵਾਸਤਵਿਕ ਪ੍ਰਵਾਹ। ਪ੍ਰਸ਼ਨ ਚੌਥਾ ਉਹ ਪ੍ਰਣਾਲੀ ਜਿਸ ਵਿੱਚ ਵਸਤੂਆਂ ਦੇ ਬਦਲੇ ਵਸਤੂਆਂ ਦਾ ਆਦਾਨ ਪ੍ਰਦਾਨ ਕੀਤਾ ਜਾਂਦਾ ਹੈ ਉਸ ਨੂੰ ਕਹਿੰਦੇ ਹਨ। ਇਸ ਦਾ ਆਨਸਰ ਹੈ ਆਪਸ਼ਨ ਨੰਬਰ 3 ਵਸਤੂ ਵਟਾਂਦਰਾ ਪ੍ਰਣਾਲੀ। ਪੰਜਵਾਂ ਪ੍ਰਸ਼ਨ ਕਿਸ ਬੈਂਕ ਨੂੰ ਮੁਦਰਾ ਜਾਰੀ ਕਰਨ ਦਾ ਅਧਿਕਾਰ ਹੈ। ਇਸ ਦਾ ਆਨਸਰ ਹੈਗਾ ਕੇਂਦਰੀ ਬੈਂਕ। ਅਗਲਾ ਪ੍ਰਸ਼ਨ ਛੇਵਾਂ, ਜੇਕਰ ਕੋਈ ਵਿਅਕਤੀ ਕੰਮ ਕਰਨ ਲਈ ਤਿਆਰ ਹੈ ਪਰ ਉਸ ਨੂੰ ਕੰਮ ਨਹੀਂ ਮਿਲਦਾ ਤਾਂ ਇਸ ਸਥਿਤੀ ਨੂੰ ਕਿਹਾ ਜਾਏਗਾ ਅਣਇੱਛੁਕ ਬੇਰੁਜ਼ਗਾਰੀ। ਪ੍ਰਸ਼ਨ 7, ਘੱਟ ਮੰਗ ਅਤੇ ਵਾਧੂ ਮੰਗ ਦੀਆਂ ਸਮੱਸਿਆਵਾਂ ਨੂੰ ਠੀਕ ਕਰਨ ਲਈ ਹੇਠਾਂ ਦਿੱਤੇ ਵਿੱਚੋਂ ਕਿਹੜਾ ਵਿੱਤੀ ਉਪਾਅ ਨਹੀਂ ਹੈ। ਆਨਸਰ ਹੈ ਆਪਸ਼ਨ ਨੰਬਰ ਸੀ ਵਿਦੇਸ਼ੀ ਨੀਤੀ। ਪ੍ਰਸ਼ਨ 8ਵਾਂ, ਇੱਕ ਟੈਕਸ ਹੈ। ਇਸ ਦਾ ਆਨਸਰ ਹੈ ਆਪਸ਼ਨ ਨੰਬਰ ਸੀ ਇੱਕ ਕਾਨੂੰਨੀ ਭੁਗਤਾਨ। ਪ੍ਰਸ਼ਨ 9ਵਾਂ, ਭੌਤਿਕ ਵਸਤੂਆਂ ਦੇ ਆਯਾਤ ਅਤੇ ਨਿਰਯਾਤ ਦੇ ਮੁੱਲ ਵਿੱਚ ਅੰਤਰ ਨੂੰ ਕਿਹਾ ਜਾਂਦਾ ਹੈ। ਆਨਸਰ ਹੈ ਆਪਸ਼ਨ ਨੰਬਰ ਬੀ ਵਪਾਰ ਬਾਕੀ। ਉਸ ਤੋਂ ਅੱਗੇ ਪ੍ਰਸ਼ਨ 10, ਭਾਰਤ ਦੀ ਆਜ਼ਾਦੀ ਦੇ ਸਮੇਂ ਭਾਰਤੀ ਅਰਥ ਵਿਵਸਥਾ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਮੌਜੂਦ ਸੀ। ਅਣਵਿਕਸਿਤ ਅਰਥ ਵਿਵਸਥਾ, ਗਤੀਹੀਨ ਅਰਥ ਵਿਵਸਥਾ, ਅਰਧ ਜਾਗੀਰੂ ਅਰਥ ਵਿਵਸਥਾ। ਇਸ ਦਾ ਆਨਸਰ ਹੈ ਆਪਸ਼ਨ ਨੰਬਰ 4 ਇਹ ਸਾਰੇ। ਪ੍ਰਸ਼ਨ 11ਵਾਂ, ਨੀਤੀ ਆਯੋਗ ਦਾ ਚੇਅਰਮੈਨ ਕੌਣ ਹੈ। ਇਸ ਦਾ ਆਨਸਰ ਹੈ ਦੇਸ਼ ਦਾ ਵਿੱਤ ਮੰਤਰੀ। ਉਸ ਤੋਂ ਅਗਲਾ ਪ੍ਰਸ਼ਨ 12ਵਾਂ, ਹੇਠ ਲਿਖਿਆਂ ਵਿੱਚੋਂ ਕਿਹੜੀ ਸਮੱਸਿਆ ਭਾਰਤੀ ਖੇਤੀਬਾੜੀ ਨਾਲ ਸੰਬੰਧਿਤ ਹੈ। ਇਸ ਦਾ ਆਨਸਰ ਹੈਗਾ ਤਕਨੀਕੀ ਸਮੱਸਿਆ, ਸੰਸਥਾਗਤ ਸਮੱਸਿਆ ਤੇ ਮਨੁੱਖੀ ਸਮੱਸਿਆ, ਸਾਰੀਆਂ ਹੀ ਨੇ। ਪ੍ਰਸ਼ਨ 13ਵਾਂ, ਸਹੀ ਵਿਕਲਪ ਚੁਣੋ। ਨਵੀਂ ਆਰਥਿਕ ਨੀਤੀ ਤੋਂ ਬਾਅਦ ਅਰਥ ਵਿਵਸਥਾ ਵਿੱਚ ਜਨਤਕ ਖੇਤਰ ਦੀ ਭੂਮਿਕਾ ਸੀਮਿਤ ਹੋ ਗਈ ਹੈ। ਪ੍ਰਸ਼ਨ 14ਵਾਂ, ਪੇਂਡੂ ਗਰੀਬ ਵਿੱਚ ਹੇਠ ਲਿਖਿਆਂ ਵਿੱਚੋਂ ਕੌਣ ਸ਼ਾਮਲ ਹਨ। ਪ੍ਰਸ਼ਨ ਹੈਗਾ ਬੇਜ਼ਮੀਨੇ ਅਤੇ ਸਮਾਤ ਕਿਸਾਨ, ਖੇਤੀਬਾੜੀ ਮਜ਼ਦੂਰ, ਪੇਂਡੂ ਕਾਰੀਗਰ। ਆਨਸਰ ਹੈ ਇਸ ਦਾ ਆਪਸ਼ਨ ਨੰਬਰ 4 ਇਹ ਸਾਰੇ ਹੀ। ਪ੍ਰਸ਼ਨ 15ਵਾਂ, ਹੇਠਾਂ ਦਿੱਤੇ ਵਿੱਚੋਂ ਕਿਹੜਾ ਸਾਖ ਦਾ ਸੰਸਥਾਗਤ ਸਰੋਤ ਹੈ। ਵਪਾਰਕ ਬੈਂਕ, ਖੇਤਰੀ ਗ੍ਰਾਮੀਣ ਬੈਂਕ, ਸਹਿਕਾਰੀ ਬੈਂਕ। ਇਸ ਦਾ ਆਨਸਰ ਹੈਗਾ ਆਪਸ਼ਨ ਨੰਬਰ ਡੀ ਇਹ ਸਾਰੇ ਹੀ। ਪ੍ਰਸ਼ਨ 16ਵਾਂ, ਮਨੁੱਖੀ ਪੂੰਜੀ ਨਿਰਮਾਣ ਦਾ ਨਿਰਣਾਇਕ ਹੇਠ ਲਿਖਿਆਂ ਵਿੱਚੋਂ ਕਿਹੜਾ ਹੈ। ਇਸ ਦਾ ਆਨਸਰ ਹੈ ਸਿੱਖਿਆ ਦਾ ਪ੍ਰਸਾਰ, ਬਿਹਤਰ ਸਿਹਤ ਸਹੂਲਤਾਂ ਤੇ ਪ੍ਰਵਾਸ। ਇਸ ਦਾ ਹੈਗਾ ਆਪਸ਼ਨ ਨੰਬਰ 4 ਇਹ ਸਾਰੇ ਹੀ। ਪ੍ਰਸ਼ਨ 17ਵਾਂ, ਭਾਰਤ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੀ ਬੇਰੁਜ਼ਗਾਰੀ ਪਾਈ ਜਾਂਦੀ ਹੈ। ਮੌਸਮੀ ਬੇਰੁਜ਼ਗਾਰੀ, ਸਿੱਖਿਅਤ ਬੇਰੁਜ਼ਗਾਰੀ, ਛੁਪੀ ਹੋਈ ਬੇਰੁਜ਼ਗਾਰੀ। ਇਸ ਦਾ ਆਨਸਰ ਆਪਸ਼ਨ ਨੰਬਰ 4 ਇਹ ਸਾਰੇ ਹੀ। 18ਵਾਂ ਪ੍ਰਸ਼ਨ, ਭਾਰਤ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਊਰਜਾ ਦਾ ਇੱਕ ਮਹੱਤਵਪੂਰਨ ਰਵਾਇਤੀ ਸਰੋਤ ਹੈ। ਇਸ ਦਾ ਆਨਸਰ ਹੈ ਆਪਸ਼ਨ ਨੰਬਰ 4 ਇਹ ਸਾਰੇ ਪੈਟਰੋਲੀਅਮ, ਕੋਲਾ ਤੇ ਕੁਦਰਤੀ ਗੈਸ। 19ਵਾਂ ਪ੍ਰਸ਼ਨ, ਦੋ ਚਰਾਂ ਵਿਚਕਾਰ ਹੇਠ ਲਿਖਿਆਂ ਵਿੱਚੋਂ ਸਹਿ ਸੰਬੰਧ ਦੀ ਕਿਹੜੀ ਕਿਸਮ ਹੁੰਦੀ ਹੈ। ਧਨਾਤਮਕ, ਰਿਣਾਤਮਕ, ਕੋਈ ਸਹਿ ਸੰਬੰਧ ਨਹੀਂ। ਆਨਸਰ ਹੈਗਾ ਇਸਦਾ ਇਹਨਾਂ ਵਿੱਚੋਂ ਕੋਈ ਵੀ ਨਹੀਂ। 20ਵਾਂ ਹੈਗਾ ਹੇਠ ਦਿੱਤੇ ਵਿੱਚੋਂ ਕਿਹੜੀ ਸੂਚਕਾਂਕ ਦੀ ਕਿਸਮ ਨਹੀਂ ਹੈ। ਆਪਸ਼ਨ ਨੰਬਰ 1 ਰਹਿਣ ਸਹਿਣ ਦੀ ਲਾਗਤ ਸੂਚਕਾਂਕ। ਉਸ ਤੋਂ ਅੱਗੇ ਹੈਗੇ ਨੇ ਸਰੋਤ ਆਧਾਰਿਤ ਪ੍ਰਸ਼ਨ। ਪੈਰਾ ਦਿੱਤਾ ਗਿਆ, ਇਸ ਦੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦੇਣੇ ਨੇ 4 ਅੰਕਾਂ ਦੇ। ਪਹਿਲਾ ਪ੍ਰਸ਼ਨ, ਸਿੱਖਿਆ ਕੀ ਹੈ। ਆਨਸਰ ਹੈਗਾ ਸਿੱਖਿਆ ਗਿਆਨ ਪ੍ਰਦਾਨ ਕਰਨ, ਹੁਨਰਾਂ ਨੂੰ ਵਧਾਉਣ ਅਤੇ ਮਨੁੱਖਾਂ ਵਿੱਚ ਕਦਰਾਂ ਕੀਮਤਾਂ ਪੈਦਾ ਕਰਨ ਦੀ ਗੁਣਾਤਮਕ ਪ੍ਰਕਿਰਿਆ ਹੈ। ਦੂਜਾ ਪ੍ਰਸ਼ਨ, ਭਾਰਤ ਵਿੱਚ 1951 ਵਿੱਚ ਸਾਖਰਤਾ ਦਰ ਕਿੰਨੀ ਸੀ। ਆਨਸਰ ਹੈਗਾ 18.03%। ਤੀਜਾ ਪ੍ਰਸ਼ਨ, ਭਾਰਤ ਵਿੱਚ 2011 ਵਿੱਚ ਕਿਸ ਰਾਜ ਵਿੱਚ ਸਭ ਤੋਂ ਵੱਧ ਸਾਖਰਤਾ ਦਰ ਹੈ। ਇਸ ਦਾ ਆਨਸਰ ਹੈਗਾ ਪੰਜਾਬ। ਪ੍ਰਸ਼ਨ ਚੌਥਾ, 2011 ਵਿੱਚ ਪੰਜਾਬ ਵਿੱਚ ਸਾਖਰਤਾ ਦਰ ਕਿੰਨੀ ਸੀ। ਇਸ ਦਾ ਆਨਸਰ ਹੈਗਾ 76.67%। ਉਸ ਤੋਂ ਅੱਗੇ ਹੈਗਾ ਵਸਤੂਨਿਸ਼ਟ ਪ੍ਰਸ਼ਨ। ਇਹਨਾਂ ਸਾਰੇ ਪ੍ਰਸ਼ਨਾਂ ਦੇ ਸਾਰੇ 16 ਉਪਭਾਗ ਹਨ। ਉੱਤਰ ਦਿਓ। ਇਹਨਾਂ ਪ੍ਰਸ਼ਨ ਦੇ ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਹੋ ਸਕਦੇ ਹਨ। ਪਹਿਲਾ ਪ੍ਰਸ਼ਨ, ਕੇਂਜ ਦੀ ਮਸ਼ਹੂਰ ਕਿਤਾਬ ਕਿਹੜੀ ਹੈ। ਆਨਸਰ ਹੈਗਾ ਰੁਜ਼ਗਾਰ, ਵਿਆਜ ਅਤੇ ਮੁਦਰਾ ਦਾ ਸਿਧਾਂਤ। ਦੂਜਾ ਪ੍ਰਸ਼ਨ, ਵਟਾਂਦਰੇ ਦੀ ਪ੍ਰਣਾਲੀ ਕੀ ਹੈ। ਤੀਜਾ ਪ੍ਰਸ਼ਨ, ਬੈਂਕ ਦਰ ਤੋਂ ਕੀ ਭਾਵ ਹੈ। ਬੈਂਕ ਦਰ ਤੋਂ ਭਾਵ ਨਿਊਨਤਮ ਵਿਆਜ ਦਰ ਤੋਂ ਹੈ ਜਿਸ ਉੱਪਰ ਕਿਸੇ ਦੇਸ਼ ਦਾ ਕੇਂਦਰੀ ਬੈਂਕ, ਭਾਰਤ ਵਿੱਚ RBI ਦੁਆਰਾ ਵਪਾਰਿਕ ਬੈਂਕ ਨੂੰ ਦੀਰਘਕਾਲੀਨ ਕਰਜ਼ ਦਿੱਤਾ ਜਾਂਦਾ ਹੈ। ਪ੍ਰਸ਼ਨ ਚੌਥਾ, ਕੁੱਲ ਮੰਗ ਕੀ ਹੈ। ਉੱਤਰ ਹੈਗਾ ਇੱਕ ਅਰਥ ਵਿਵਸਥਾ ਵਿੱਚ ਇੱਕ ਨਿਸ਼ਚਿਤ ਸਮੇਂ ਦੌਰਾਨ ਨਿਯੋਜਿਤ ਖਰਚ ਦੇ ਰੂਪ ਵਿੱਚ ਮਾਪੀ ਗਈ ਵਸਤੂਆਂ ਅਤੇ ਸੇਵਾਵਾਂ ਦਾ ਕੁੱਲ ਮੰਗ ਹੁੰਦੀ ਹੈ। ਪ੍ਰਸ਼ਨ ਪੰਜਵਾਂ, ਘੱਟ ਮੰਗ ਦੀ ਸਮੱਸਿਆ ਕੀ ਹੈ। ਘੱਟ ਮੰਗ ਤੋਂ ਭਾਵ ਉਸ ਸਥਿਤੀ ਤੋਂ ਹੈ ਜਦੋਂ ਵਾਸਤਵਿਕ ਕੁੱਲ ਮੰਗ ਪੂਰਨ ਰੁਜ਼ਗਾਰ ਕੁੱਲ ਮੰਗ ਤੋਂ ਘੱਟ ਹੁੰਦੀ ਹੈ। ਪ੍ਰਸ਼ਨ ਛੇਵਾਂ, ਘਾਟੇ ਦਾ ਬਜਟ ਕੀ ਹੈ।
ਇਹ ਉਹ ਬਜਟ ਹੁੰਦਾ ਹੈ ਜਿਸ ਵਿੱਚ ਬਜਟ ਪ੍ਰਾਪਤੀਆਂ ਬਜਟ ਖਰਚ ਤੋਂ ਘੱਟ ਹੁੰਦੀਆਂ ਹਨ। ਪ੍ਰਸ਼ਨ 7ਵਾਂ, ਕਿਸੇ ਦੇਸ਼ ਲਈ ਵਪਾਰ ਸੰਤੁਲਨ ਕਦੋਂ ਅਨੁਕੂਲ ਹੁੰਦਾ ਹੈ? ਉੱਤਰ ਹੈਗਾ ਕਿਸੇ ਦੇਸ਼ ਲਈ ਵਪਾਰ ਸੰਤੁਲਨ ਅਨੁਕੂਲ ਉਸ ਸਮੇਂ ਹੁੰਦਾ ਹੈ ਜਿਸ ਦ੍ਰਿਸ਼ਮਤਾ ਦਾ ਨਿਰਯਾਤ ਦ੍ਰਿਸ਼ਮਤਾ ਦੇ ਆਯਾਤ ਤੋਂ ਘੱਟ ਹੁੰਦਾ ਗਾ। ਪ੍ਰਸ਼ਨ 8ਵਾਂ, ਭਾਰਤ ਵਿੱਚ ਪਹਿਲੀ 5 ਸਾਲਾ ਯੋਜਨਾ ਦਾ ਸਮਾਂ ਕੀ ਸੀ? 1 ਅਪ੍ਰੈਲ 1951 ਤੋਂ 31 ਮਾਰਚ 1956 ਤੱਕ। 9ਵਾਂ ਪ੍ਰਸ਼ਨ, ਘੱਟੋ ਘੱਟ ਸਮਰਥਨ ਮੁੱਲ ਕੀ ਹੈ? ਪ੍ਰਸ਼ਨ 10ਵਾਂ, ਆਜ਼ਾਦ ਭਾਰਤ ਦੀ ਪਹਿਲੀ ਉਦਯੋਗਿਕ ਨੀਤੀ ਕਦੋਂ ਘੋਸ਼ਿਤ ਕੀਤੀ ਗਈ ਸੀ? 1991 ਵਿੱਚ। 11ਵਾਂ ਪ੍ਰਸ਼ਨ, ਨਿੱਜੀਕਰਨ ਦੀ ਪਰਿਭਾਸ਼ਾ ਦਿਓ। ਸਰਵਜਨਕ ਉੱਦਮਾਂ ਦੀ ਮਾਲਕੀ, ਪ੍ਰਬੰਧਨ ਅਤੇ ਨਿਯੰਤਰਣ ਲਈ ਨਿੱਜੀ ਖੇਤਰ ਨੂੰ ਪ੍ਰਵਾਨਗੀ ਦੇਣ ਦੀ ਪ੍ਰਕਿਰਿਆ ਨੂੰ ਨਿੱਜੀਕਰਨ ਕਿਹਾ ਜਾਂਦਾ ਹੈ। ਪ੍ਰਸ਼ਨ 12ਵਾਂ, ਗਰੀਬੀ ਤੋਂ ਕੀ ਭਾਵ ਹੈ? ਜੀਵਨ ਸੰਬੰਧੀ ਮੂਲ ਲੋੜਾਂ ਨੂੰ ਪੂਰਾ ਕਰਨ ਦੀ ਅਸਮਰੱਥਾ ਦੀ ਸਥਿਤੀ ਨੂੰ ਗਰੀਬੀ ਕਿਹਾ ਜਾਂਦਾ ਹੈ। ਪ੍ਰਸ਼ਨ 13ਵਾਂ, ਬੁਨਿਆਦੀ ਢਾਂਚਾ ਕੀ ਹੈ? ਪ੍ਰਸ਼ਨ 14, ਭਾਰਤ ਵਿੱਚ ਰਾਸ਼ਟਰੀ ਸਿਹਤ ਮਿਸ਼ਨ ਦਾ ਮੂਲ ਉਦੇਸ਼ ਕੀ ਹੈ? ਇਸ ਦਾ ਉੱਤਰ ਹੈ ਦੇਸ਼ ਵਿੱਚ ਸਿਹਤ ਸੰਬੰਧੀ ਆਧਾਰਭੂਤ ਢਾਂਚੇ ਅਤੇ ਸਿਹਤ ਮਾਪਦੰਡਾਂ ਵਿੱਚ ਸੁਧਾਰ ਕਰਨਾ। ਪ੍ਰਸ਼ਨ 15ਵਾਂ, ਸਹਿ ਸੰਬੰਧ ਕੀ ਹੈ? ਉੱਤਰ ਹੈਗਾ ਸਹਿ ਸੰਬੰਧ ਸਾਂਖਿਅਕੀ ਦੀ ਉਹ ਤਕਨੀਕ ਹੈ ਜੋ 2 ਤੋਂ ਵੱਧ ਚਰਾਂ ਵਿਚਲੇ ਸੰਬੰਧ ਦਾ ਮਾਪ ਕਰਦੀ ਹੈ। ਪ੍ਰਸ਼ਨ 16ਵਾਂ, ਆਧਾਰ ਸਾਲ ਕੀ ਹੈ? ਆਧਾਰ ਸਾਲ ਇਹ ਸਾਲ ਹੁੰਦਾ ਹੈ ਜਿਸ ਦੇ ਸੰਦਰਭ ਵਿੱਚ ਸੂਚਕਾਂਕ ਦਾ ਨਿਰਮਾਣ ਕੀਤਾ ਜਾਂਦਾ ਹੈ। ਉਸ ਤੋਂ ਅੱਗੇ ਬਹੁਤੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ 10 ਤੋਂ 15 ਸ਼ਬਦਾਂ 'ਚ ਆਨਸਰ ਦੇਣੇ ਨੇ। ਪਹਿਲਾ ਪ੍ਰਸ਼ਨ ਹੈਗਾ ਨਿਯਮਿਤ ਤੋਂ ਸ਼ੁੱਧ ਅਪ੍ਰਤੱਖ ਕਰਾਂ ਦੀ ਗਣਨਾ ਕਰੋ। ਮਦਾਂ ਆਪਾਂ ਨੂੰ ਦਿੱਤੀਆਂ ਗਈਆਂ ਨੇ। ਤੇ ਦੂਜਾ ਪ੍ਰਸ਼ਨ ਹੈਗਾ ਸੀਮਾਂਤ ਉਪਭੋਗ ਪ੍ਰਵਿਰਤੀ ਨੂੰ ਪਰਿਭਾਸ਼ਿਤ ਕਰੋ। ਪ੍ਰਸ਼ਨ ਤੀਜਾ, 1991 ਵਿੱਚ ਭਾਰਤ ਦੁਆਰਾ ਅਪਣਾਈ ਗਈ ਨਵੀਂ ਆਰਥਿਕ ਨੀਤੀ ਤੋਂ ਤੁਹਾਡਾ ਕੀ ਭਾਵ ਹੈ? ਪ੍ਰਸ਼ਨ ਚੌਥਾ, ਭਾਰਤ ਵਿੱਚ ਕੋਈ 2 ਸਮੱਸਿਆਵਾਂ ਅਤੇ ਮਨੁੱਖੀ ਪੂੰਜੀ ਨਿਰਮਾਣ ਦਾ ਤਰੀਕਾ ਲਿਖੋ। ਉਸ ਤੋਂ ਅੱਗੇ 5 ਤੇ ਆਉਂਦੇ ਨੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ 4 ਅੰਕ ਵਾਲੇ। ਪਹਿਲਾ ਪ੍ਰਸ਼ਨ ਹੈਗਾ 2 ਖੇਤਰੀ ਮਾਡਲ ਵਿੱਚ ਆਮਦਨ ਦੇ ਚੱਕਰੀ ਪ੍ਰਵਾਹ ਦਾ ਵਰਣਨ ਕਰੋ। ਅਜਿਹੇ ਮਾਡਲ ਵਿੱਚ ਪਰਿਵਾਰਿਕ ਖੇਤਰ ਦੁਆਰਾ ਉਤਪਾਦਕ ਖੇਤਰ ਨੂੰ ਉਤਪਾਦਕ ਦੇ ਸਾਧਨਾਂ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਜਿਸ ਦੇ ਬਦਲੇ ਪਰਿਵਾਰਿਕ ਖੇਤਰ ਨੂੰ ਸਾਧਨ ਆਮਦਨ ਪ੍ਰਾਪਤ ਹੁੰਦੀ ਹੈ। ਦੂਸਰੇ ਪਾਸੇ ਉਤਪਾਦਕ ਖੇਤਰ ਦੁਆਰਾ ਪਰਿਵਾਰਿਕ ਖੇਤਰ ਨੂੰ ਅੰਤਿਮ ਵਸਤੂਆਂ ਅਤੇ ਸੇਵਾਵਾਂ ਦੀ ਪੂਰਤੀ ਕੀਤੀ ਜਾਂਦੀ ਹੈ ਜਿਸ ਦੇ ਬਦਲੇ ਉਤਪਾਦਕ ਖੇਤਰ ਨੂੰ ਆਪਣੇ ਉਤਪਾਦਨ ਦੀ ਕੀਮਤ ਪ੍ਰਾਪਤ ਹੁੰਦੀ ਹੈ। ਜਿਹੜੀ ਇਸ ਨਾਲ ਪਿਕਚਰ ਹੈ, ਚਿੱਤਰ ਤੋਂ ਸਪਸ਼ਟ ਹੁੰਦਾ ਹੈ ਕਿ ਪਰਿਵਾਰਿਕ ਖੇਤਰ ਵੱਲੋਂ ਉਤਪਾਦਕ ਖੇਤਰ ਨੂੰ ਸਾਧਨਾਂ ਦੀਆਂ ਸੇਵਾਵਾਂ ਦਾ ਵਾਸਤਵਿਕ ਪ੍ਰਵਾਹ ਹੁੰਦਾ ਹੈ। ਇਸ ਦੇ ਵਿਪਰੀਤ ਉਤਪਾਦਕ ਖੇਤਰ ਵੱਲੋਂ ਪਰਿਵਾਰ ਖੇਤਰ ਨੂੰ ਸਾਧਨ ਭੁਗਤਾਨ ਦਾ ਮੁਦਰਿਕ ਪ੍ਰਵਾਹ ਹੁੰਦਾ ਹੈ। ਦੂਸਰੇ ਪਾਸੇ ਉਤਪਾਦਕ ਖੇਤਰ ਵੱਲੋਂ ਪਰਿਵਾਰਿਕ ਖੇਤਰ ਨੂੰ ਅੰਤਿਮ ਵਸਤੂਆਂ ਅਤੇ ਸੇਵਾਵਾਂ ਦਾ ਵਾਸਤਵਿਕ ਪ੍ਰਵਾਹ ਹੁੰਦਾ ਹੈ। ਇਸ ਦੇ ਵਿਪਰੀਤ ਪਰਿਵਾਰਿਕ ਖੇਤਰ ਵੱਲੋਂ ਉਤਪਾਦਕ ਖੇਤਰ ਨੂੰ ਵਸਤੂਆਂ ਅਤੇ ਸੇਵਾਵਾਂ ਉੱਪਰ ਕੀਤੇ ਗਏ ਖਰਚ ਦੇ ਰੂਪ ਵਿੱਚ ਮੁਦਰਿਕ ਪ੍ਰਵਾਹ ਹੁੰਦਾ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਸਧਾਰਨ 2 ਖੇਤਰੀ ਮਾਡਲ ਵਿੱਚ 2 ਵਾਸਤਵਿਕ ਪ੍ਰਵਾਹ ਅਤੇ 2 ਮੁਦਰਿਕ ਪ੍ਰਵਾਹ ਹੁੰਦੇ ਹਨ। ਉਸ ਤੋਂ ਅੱਗੇ ਹੈਗਾ ਕੇਂਦਰੀ ਬੈਂਕ ਦੇ ਕਿਸੇ 4 ਕਾਰਜਾਂ ਦੀ ਵਿਆਖਿਆ ਕਰੋ। ਨੰਬਰ 1 ਹੈਗਾ ਨੋਟ ਜਾਰੀ ਕਰਨਾ। ਕਿਸੇ ਵੀ ਕੇਂਦਰੀ ਬੈਂਕ ਦਾ ਸਭ ਤੋਂ ਮਹੱਤਵਪੂਰਨ ਕੰਮ ਮੁਦਰਾ ਦੇ ਰੂਪ ਵਿੱਚ ਨੋਟ ਜਾਰੀ ਕਰਨਾ ਹੁੰਦਾ ਹੈ। ਅਸਲ ਵਿੱਚ ਕੇਂਦਰੀ ਬੈਂਕ ਨੂੰ ਦੇਸ਼ ਵਿੱਚ ਨੋਟ ਜਾਰੀ ਕਰਨ ਦਾ ਇੱਕ ਅਧਿਕਾਰ ਪ੍ਰਾਪਤ ਹੁੰਦਾ ਹੈ। ਨੰਬਰ 2 ਬੈਂਕਿੰਗ ਪ੍ਰਣਾਲੀ ਦੀ ਨਿਗਰਾਨੀ। ਦੇਸ਼ ਦਾ ਕੇਂਦਰੀ ਬੈਂਕ ਦੇਸ਼ ਦੀ ਬੈਂਕਿੰਗ ਪ੍ਰਣਾਲੀ ਦਾ ਸਰਵ ਉੱਚ ਬੈਂਕ ਹੁੰਦਾ ਹੈ। ਇਸ ਲਈ ਦੇਸ਼ ਦੀ ਬੈਂਕਿੰਗ ਪ੍ਰਣਾਲੀ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਕੇਂਦਰੀ ਬੈਂਕ ਦੀ ਹੁੰਦੀ ਹੈ। ਪੁਆਇੰਟ ਤੀਜਾ, ਅੰਤਿਮ ਰਿਣਦਾਤਾ। ਕਿਸੇ ਵੀ ਦੇਸ਼ ਦਾ ਕੇਂਦਰੀ ਬੈਂਕ ਉਸ ਦੇਸ਼ ਵਿੱਚ ਅੰਤਿਮ ਰਿਣਦਾਤਾ ਹੁੰਦਾ ਹੈ। ਦੇਸ਼ ਦੇ ਵਪਾਰਿਕ ਬੈਂਕਾਂ ਨੂੰ ਜਦੋਂ ਹੋਰ ਕਿਸੇ ਸਰੋਤ ਤੋਂ ਰਿਣ ਪ੍ਰਾਪਤ ਨਾ ਹੋਵੇ ਤਾਂ ਉਹ ਕੇਂਦਰੀ ਬੈਂਕ ਤੋਂ ਰਿਣ ਪ੍ਰਾਪਤ ਕਰ ਸਕਦੇ ਹਨ। ਨੰਬਰ 4 ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ਦਾ ਰੱਖਿਅਕ। ਕਿਸੇ ਵੀ ਦੇਸ਼ ਕੋਲ ਮੌਜੂਦ ਵਿਦੇਸ਼ੀ ਮੁਦਰਾ ਦਾ ਰੱਖਿਅਕ ਵੀ ਉਸ ਦੇਸ਼ ਦਾ ਕੇਂਦਰੀ ਬੈਂਕ ਹੁੰਦਾ ਹੈ। ਬਹੁਤ ਸਾਰੇ ਦੇਸ਼ਾਂ ਵਿੱਚ ਕੇਂਦਰੀ ਬੈਂਕ ਨੂੰ ਕਾਨੂੰਨੀ ਤੌਰ 'ਤੇ ਵਿਸ਼ੇਸ਼ ਮੁਦਰਾ ਦਾ ਇੱਕ ਨਿਸ਼ਚਿਤ ਭੰਡਾਰ ਰੱਖਣਾ ਲਾਜ਼ਮੀ ਹੁੰਦਾ ਹੈ। ਉਸ ਤੋਂ ਅੱਗੇ ਹੈਗਾ ਨਵੀਂ ਉਦਯੋਗਿਕ ਨੀਤੀ 1991 ਦੀਆਂ 4 ਮੁੱਖ ਵਿਸ਼ੇਸ਼ਤਾਵਾਂ। ਨੰਬਰ 1 ਹੈਗਾ ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ। ਨਵੀਂ ਆਰਥਿਕ ਦੇ 3 ਮੁੱਖ ਤੱਤ ਹਨ। ਉਦਾਰੀਕਰਨ ਅਰਥ ਵਿਵਸਥਾ ਵਿੱਚ ਆਰਥਿਕ ਗਤੀਵਿਧੀਆਂ ਦੇ ਵਿਭਿੰਨ ਪੱਖ 'ਤੇ ਲਗਾਈਆਂ ਗਈਆਂ ਪਾਬੰਦੀਆਂ ਦੇ ਖਾਤਮੇ ਜਾਂ ਸਰਲੀਕਰਨ ਦੀ ਪ੍ਰਕਿਰਿਆ ਨੂੰ ਉਦਾਰੀਕਰਨ ਆਖਿਆ ਜਾਂਦਾ ਹੈ। ਉਦਾਰੀਕਰਨ ਦੀ ਪ੍ਰਕਿਰਿਆ ਇਸ ਮਾਨਤਾ 'ਤੇ ਆਧਾਰਿਤ ਹੁੰਦੀ ਹੈ ਕਿ ਸਰਕਾਰੀ ਨਿਯੰਤਰਣ ਅਤੇ ਪਾਬੰਦੀਆਂ ਦੀ ਬਜਾਏ ਬਾਜ਼ਾਰ ਸ਼ਕਤੀਆਂ ਦੀ ਸੁਤੰਤਰ ਕਾਰਜਵਿਧਿਕ ਅਤੇ ਆਰਥਿਕ ਸੁਤੰਤਰਤਾ ਕਿਸੇ ਵੀ ਅਰਥ ਵਿਵਸਥਾ ਵਿੱਚ ਆਰਥਿਕ ਕੁਸ਼ਲਤਾ ਅਤੇ ਆਰਥਿਕ ਵਿਕਾਸ ਨੂੰ ਵਧੇਰੇ ਸੁਚੱਜੇ ਢੰਗ ਨਾਲ ਉਤਸ਼ਾਹ ਕਰਦੀਆਂ ਹਨ। ਨੰਬਰ 2 ਨਿੱਜੀਕਰਨ। ਨਿੱਜੀਕਰਨ ਤੋਂ ਭਾਵ ਜਨਤਕ ਖੇਤਰ ਦੇ ਉੱਦਮਾਂ ਦੀ ਮਾਲਕੀ, ਪ੍ਰਬੰਧਨ ਅਤੇ ਨਿਯੰਤਰਣ ਵਿੱਚ ਨਿੱਜੀ ਖੇਤਰ ਨੂੰ ਇਜਾਜ਼ਤ ਦੇਣ ਦੀ ਪ੍ਰਕਿਰਿਆ ਤੋਂ ਹੈ।
ਇਸ ਦੇ ਅੰਤਰਗਤ ਜਨਤਕ ਖੇਤਰ ਦੇ ਮੌਜੂਦ ਉਦਮਾਂ ਨੂੰ ਪੂਰਨ ਰੂਪ ਵਿੱਚ ਜਾਂ ਫਿਰ ਅੰਸ਼ਿਕ ਰੂਪ ਵਿੱਚ ਨਿੱਜੀ ਖੇਤਰ ਦੀ ਮਾਲਕੀ ਹੇਠ ਹਸਤਾਂਤਰਿਤ ਕਰ ਦਿੱਤਾ ਜਾਂਦਾ ਹੈ। ਉਸ ਤੋਂ ਅੱਗੇ ਵਿਸ਼ਵੀਕਰਨ, ਕਿਸੇ ਵੀ ਦੇਸ਼ ਦੀ ਅਰਥ ਵਿਵਸਥਾ ਨੂੰ ਵਿਸ਼ਵ ਆਰਥਿਕ ਅਰਥ ਵਿਵਸਥਾ ਨਾਲ ਸੰਗਠਿਤ ਕਰਨ ਦੀ ਪ੍ਰਕਿਰਿਆ ਨੂੰ ਵਿਸ਼ਵੀਕਰਨ ਕਿਹਾ ਜਾਂਦਾ ਹੈ। ਵਿਸ਼ਵੀਕਰਨ ਦੇ ਫਲਸਰੂਪ ਵਿਭਿੰਨ ਦੇਸ਼ਾਂ ਵਿੱਚ ਵਪਾਰ ਰੋਕਾਂ ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਵਿਦੇਸ਼ੀ ਨਿਵੇਸ਼ ਅਤੇ ਵਿਦੇਸ਼ੀ ਪੂੰਜੀ ਦਾ ਸੁਤੰਤਰਤਾ ਪ੍ਰਵਾਹ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਅਗਲਾ ਪ੍ਰਸ਼ਨ, ਭਾਰਤ ਵਿੱਚ ਪੇਂਡੂ ਕਰਜ਼ੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਕੋਈ 4 ਉਪਾਅ। ਨੰਬਰ 1 ਹੈਗਾ ਸਾਖ ਦੀ ਉਪਯੁਕਤ ਉਪਲਬਧਤਾ। ਪੇਂਡੂ ਲੋਕਾਂ ਨੂੰ ਉਹਨਾਂ ਦੀ ਲੋੜ ਅਨੁਸਾਰ ਉਪਯੁਕਤ ਮਾਤਰਾ ਵਿੱਚ ਲੋੜੀਂਦੀ ਸਾਖ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਨੰਬਰ 2 ਗਰੀਬ ਲੋਕਾਂ ਵੱਲ ਵਿਸ਼ੇਸ਼ ਧਿਆਨ ਦੇਣਾ। ਗਰੀਬ ਲੋਕਾਂ ਦੀਆਂ ਸਾਖ ਦੀਆਂ ਲੋੜਾਂ ਨੂੰ ਪੂਰਾ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਅਜਿਹਾ ਕਰਨ ਲਈ ਵਿਸ਼ੇਸ਼ ਨਿਯਮ ਅਤੇ ਕਾਨੂੰਨ ਲਾਗੂ ਕੀਤੇ ਜਾਣੇ ਚਾਹੀਦੇ ਹਨ। ਨੰਬਰ 3 ਵਸੂਲੀ ਵਿੱਚ ਸੁਧਾਰ। ਪੇਂਡੂ ਲੋਕਾਂ ਨੂੰ ਦਿੱਤੇ ਗਏ ਰਿਣ ਦੀ ਵਸੂਲੀ ਜਾਂ ਵਾਪਸੀ ਵਿੱਚ ਸੁਧਾਰ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ। ਅਜਿਹਾ ਕਰਨ ਲਈ ਪੇਂਡੂ ਲੋਕਾਂ ਨੂੰ ਉਹਨਾਂ ਦੁਆਰਾ ਲਏ ਗਏ ਰਿਣ ਦਾ ਪ੍ਰਯੋਗ ਉਤਪਾਦਕ ਕਾਰਜਾਂ ਵਿੱਚ ਕਰਨ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਨੰਬਰ 4 ਪ੍ਰਕਿਰਿਆਵਾਂ ਦਾ ਸਰਲੀਕਰਨ। ਸਾਖ ਪ੍ਰਾਪਤ ਕਰਨ ਲਈ ਬਣਾਈਆਂ ਗਈਆਂ ਜਟਿਲ ਪ੍ਰਕਿਰਿਆਵਾਂ ਅਤੇ ਨਿਯਮਾਂ ਆਦਿ ਦਾ ਸਰਲੀਕਰਨ ਕੀਤਾ ਜਾਣਾ ਚਾਹੀਦਾ ਹੈ। ਉਸ ਤੋਂ ਅਗਲੇ ਪ੍ਰਸ਼ਨ ਨੇ ਪ੍ਰਦੂਸ਼ਣ ਤੋਂ ਕੀ ਭਾਵ ਹੈ, ਇਸ ਦੀਆਂ ਵੱਖ-ਵੱਖ ਕਿਸਮਾਂ ਕਿਹੜੀਆਂ ਹਨ। ਰੈਂਕ ਦੇ ਸਹਿ ਸੰਬੰਧ ਗੁਣਾਂਕ ਦਾ ਪਤਾ ਲਗਾਓ। ਜਦੋਂ ਚਰਾਂ ਦਾ ਦਰਜਾ ਹੇਠ ਦਿੱਤਾ ਗਿਆ ਹੈ, ਸੂਚਾਂਕਕ ਦੀਆਂ ਕੀਮਤਾਂ 'ਤੇ ਚਰਚਾ ਕਰੋ। R1 ਤੇ R2 ਦਿੱਤੀਆਂ ਗਈਆਂ ਨੇ। ਇਸ ਤੋਂ ਆਪਾਂ ਰੈਂਕ ਦੇ ਸਹਿ ਸੰਬੰਧ ਦਾ ਜਿਹੜਾ ਪਤਾ ਲਗਾਉਣਾ। ਉਸ ਤੋਂ ਅੱਗੇ ਹੈਗਾ 6 ਅੰਕਾਂ ਵਾਲਾ ਪ੍ਰਸ਼ਨ ਨੇ ਜਿਹੜੇ 2 ਹੇਠ ਦਿੱਤੇ ਅੰਕੜਿਆਂ ਤੋਂ ਰਾਸ਼ਟਰੀ ਆਮਦਨ ਅਤੇ ਸ਼ੁੱਧ ਘਰੇਲੂ ਆਮਦਨ ਦਾ ਪਤਾ ਲਗਾਓ। ਇਹ ਜਿਹੜਾ ਤੁਹਾਨੂੰ ਟੈਲੀਗ੍ਰਾਮ ਉੱਤੇ ਮਿਲ ਜਾਣਗੇ। ਟੈਲੀਗ੍ਰਾਮ ਨੂੰ ਜੁਆਇਨ ਕਰਕੇ ਉੱਥੇ ਤੁਸੀਂ PDF ਨੂੰ ਡਾਊਨਲੋਡ ਕਰ ਸਕਦੇ ਹੋ। ਧੰਨਵਾਦ। ਅੱਜ ਦੀ ਵੀਡੀਓ 'ਚ ਇੰਨਾ ਹੀ, ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ।